ਚੱਲ ਰਹੀ ਲੜੀਵਾਰ ਕਥਾ ਚੌਥੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਜਿਨ੍ਹਾਂ ਦੇ ਮੁਬਾਰਕ ਮੁਖ ਵਿੱਚੋਂ ਉਚਾਰਤ ਪਾਵਨ ਬਾਣੀ ਰਾਗ ਸੂਹੀ ਦੇ ਅੰਦਰ ਜੋ ਸ਼ੰਤ ਰੂਪ ਵਿੱਚ ਲਾਵਾਂ ਦੀ ਬਾਣੀ ਦਰਜ ਹੈ। ਸੋ ਇਸ ਪਾਵਨ ਦੋ ਛੰਤਾਂ ਦੇ ਅੰਦਰ ਤਕਰੀਬਨ 8 ਜਿਹੜੇ ਸ਼ੰਤ ਆਉਂਦੇ ਹਨ, ਜਿਨ੍ਹਾਂ ਦੇ ਵਿੱਚੋਂ ਆਪਾਂ ਦੋ ਦੀ ਵਿਆਖਿਆ ਸਰਵਣ ਕਰ ਲਈ ਸੀ। ਆਓ ਇਸ ਤੋਂ ਅਗਲੇਰੀ ਬਾਣੀ ਦੇ ਨਾਲ ਜੁੜਨ ਦਾ ਯਤਨ ਕਰੀਏ। ਸਤਿਗੁਰ ਪਾਤਸ਼ਾਹ ਜੀ ਫੁਰਮਾਨ ਕਰਦੇ ਹਨ, ਮਨਮੁਖ ਵਿਛੜੀ ਦੂਰ ਮਹਿਲ, ਨਾ ਪਾਏ ਬਲ ਗਈ ਬਲਰਾਮ ਜੀਓ। ਅੰਤਰ ਮਮਤਾ ਕੂਰ ਕੂੜ ਵਿਹਾਜੇ, ਊੜ ਗਈ ਬਲਰਾਮ ਜੀਓ। ਪਾਵਨ ਪਵਿੱਤਰ ਸ਼ੰਤ ਦੇ ਅੰਦਰ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਫੁਰਮਾਨ ਕਰਦੇ ਹਨ, ਮਨਮੁਖ ਵਿਛੜੀ ਦੂਰ ਗਈ। ਜੋ ਜੀਵ ਆਤਮਾ ਆਪਣੇ ਮਨ ਦੇ ਪਿੱਛੇ ਲੱਗ ਕੇ ਤੁਰਦੀ ਹੈ, ਚੇਤੇ ਰੱਖਣੇ ਤੇ ਆਤਮਾ ਨਾਲ ਪਰਮਾਤਮਾ ਦੇ ਮੇਲ ਦੀ ਕਹਾਣੀ ਵੀ ਇਹ ਦੁਨਿਆਵੀ ਰਿਸ਼ਤੇ ਦੇ ਰੂਪ ਵਿੱਚ ਨਾਲ ਨਾਲ ਚੱਲ ਰਹੀ ਹੈ। ਮਨਮੁਖ ਵਿਛੜੀ ਦੂਰ ਗਈ। ਜਿਸ ਤਰ੍ਹਾਂ ਦੁਨਿਆਵੀ ਤੌਰ ਤੇ ਜੋ ਇਸਤਰੀ ਆਪਣੇ ਮਨ ਮਗਰ ਲੱਗਦੀ ਹੈ, ਆਪਣੇ ਪਤੀ ਦੇ ਕਹਿਣੇ ਮਗਰ ਨਹੀਂ ਲੱਗਦੀ, ਉਹ ਪਤੀ ਦੇ ਮਨ ਤੋਂ ਦੂਰ ਹੋ ਜਾਂਦੀ ਹੈ। ਇਸੇ ਤਰ੍ਹਾਂ ਆਤਮਿਕ ਤੌਰ ਤੇ ਜੋ ਗੁਰੂ ਦੀ ਕਹੇ ਤੇ ਨਹੀਂ ਚੱਲਦੇ ਤੇ ਆਪਣੇ ਮਨ ਦੇ ਮਗਰ ਲੱਗ ਕੇ ਚੱਲਦੇ ਹਨ, ਚੇਤੇ ਰੱਖਣਾ ਉਹ ਵੀ ਗੁਰੂ ਦੇ ਉਸ ਪਰਮਾਤਮਾ ਪਤੀ ਪਰਮੇਸ਼ਵਰ ਦੇ ਮਨ ਤੋਂ ਦੂਰ ਹੋ ਜਾਂਦੇ ਨੇ। ਮਨਮੁਖ ਵਿਛੜੀ ਦੂਰ ਗਈ। ਇਸ ਤੋਂ ਅਗਲਾ ਹੈ, ਮਹਿਲ ਨਾ ਪਾਏ। ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ ਇਸਤਰੀ ਪ੍ਰਭੂ ਪਤੀ ਨਾਲੋਂ ਵਿਛੜੀ ਰਹਿੰਦੀ ਹੈ, ਉਸ ਦੇ ਚਰਨਾਂ ਤੋਂ ਦੂਰ ਰਹਿੰਦੀ ਹੈ, ਉਸ ਦੀ ਹਜ਼ੂਰੀ ਪ੍ਰਾਪਤ ਨਹੀਂ ਕਰ ਸਕਦੀ, ਤ੍ਰਿਸ਼ਨਾ ਦੀ ਅੱਗ ਵਿੱਚ ਸੜੀ ਰਹਿੰਦੀ ਹੈ। ਮਹਿਲ ਨ ਪਾਏ ਬਲ ਗਈ ਬਲਰਾਮ ਜੀਓ। ਇੱਥੇ ਬਲ ਗਈ ਸ਼ਬਦ ਆਇਆ ਬਲਰਾਮ ਜੀਓ ਦੇ ਨਾਲ। ਪਹਿਲੇ ਬਲ ਦਾ ਅਰਥ ਹੋਰ ਹੈ, ਦੂਜੇ ਬਲ ਦਾ ਅਰਥ ਹੋਰ ਹੈ। ਚੇਤੇ ਰੱਖਣਾ ਇੱਥੇ ਦੋਵੇਂ ਸ਼ਬਦ ਇੱਕੋ ਲਾਈਨ ਵਿੱਚ ਆਏ ਨੇ ਤੇ ਦੋਵਾਂ ਦੇ ਅੱਖਰੀ ਬਨਾਵਟ ਵੀ ਇੱਕ ਹੈ। ਬੱਬਾ ਹੈ, ਲੱਲਾ ਹੈ, ਲੱਲੇ ਨੂੰ ਸਿਆਰੀ ਹੈ, ਛੋਟੀ ਦੀ ਮਾਤਰਾ ਜਿਹਨੂੰ ਕਹਿੰਦੇ ਹੋ। ਲੇਕਿਨ ਪਹਿਲੇ ਬਲ ਦਾ ਅਰਥ ਹੈ ਬਲ ਜਾਣਾ, ਸੜ ਜਾਣਾ, ਤੇ ਦੂਜੇ ਬਲ ਦਾ ਅਰਥ ਹੈ ਬਲਿਹਾਰੇ ਜਾਣਾ, ਕੁਰਬਾਨ ਹੋ ਜਾਣਾ। ਵੇਖੋ ਇਹੀ ਤਾਂ ਪਾਠ ਬੋਧ ਹੈ ਨਾ। ਇੱਕ ਹੀ ਅੱਖਰ ਹੈ, ਇੱਕ ਹੀ ਲਾਈਨ ਦੇ ਵਿੱਚ ਦੋ ਵਾਰੀ ਆਇਆ ਤੇ ਦੋਨੇ ਵਾਰੀ ਅਰਥ ਉਹਨੇ ਵੱਖਰਾ ਦਿੱਤਾ। ਅਗਲਾ ਬਚਨ ਹੈ, ਅੰਤਰ ਮਮਤਾ ਕੂਰ ਕੂੜ ਵਿਹਾਜੇ। ਉਸ ਦੇ ਅੰਦਰ ਝੂਠੀ ਮਮਤਾ ਬਣੀ ਰਹਿੰਦੀ ਹੈ। ਉਹ ਸਦਾ ਨਾਸ਼ਵੰਤ ਮਾਇਆ ਦੀ ਇਸ ਮਾਇਆ ਨੂੰ ਇਕੱਠੀ ਕਰਨ ਵਿੱਚ ਲੱਗੀ ਰਹਿੰਦੀ ਹੈ। ਅੰਤਰ ਮਮਤਾ ਕੂਰ ਕੂੜ ਵਿਹਾਜੇ। ਵਿਹਾਜਣ ਦਾ ਮਤਲਬ ਹੈ ਖਰੀਦਣਾ, ਇਕੱਠਾ ਕਰਨਾ। ਕੂੜ ਲਈ ਬਲਰਾਮ ਜੀਓ। ਕੂੜ ਨੇ ਉਸ ਨੂੰ ਗ੍ਰਸ ਲਿਆ। ਕੂੜ ਨੇ ਜਿਸ ਵਸਤੂਆਂ ਨੂੰ ਇਕੱਠਾ ਕਰ ਰਹੀ ਸੀ, ਆਖਰ ਨੂੰ ਉਹਨਾਂ ਵਸਤੂਆਂ ਨੇ ਹੀ ਉਹਦਾ ਆਤਮਿਕ ਮੌਤ ਦਾ ਕਾਰਨ ਬਣੀਆਂ। ਕੂੜ ਕਪਟ ਕਮਾਵੇ, ਮਹਾ ਦੁੱਖ ਪਾਵੇ, ਵਿਣ ਸਤਿਗੁਰ ਮਗ ਨ ਪਾਇਆ। ਉਜੜ ਪੰਥ ਭ੍ਰਮੇ ਗਵਾਰੀ, ਖਿਨ ਖਿਨ ਧੱਕੇ ਖਾਇਆ। ਸਤਿਗੁਰ ਜੀ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਫੁਰਮਾਨ ਕਰਦੇ ਹਨ, ਕੂੜ ਕਪਟ ਕਮਾਵੇ। ਕੱਲ ਜਿਹੜਾ ਆਪਾਂ ਛੰਦ ਪੜ੍ਹਿਆ ਉਹਦੇ ਵਿੱਚ ਜ਼ਿਕਰ ਆਇਆ ਜੋ ਜੁੜੇ ਰਹਿੰਦੇ ਨੇ ਉਹਨਾਂ ਦੀ ਫਿਰ ਅਵਸਥਾ ਕੀ ਬਣ ਜਾਂਦੀ ਹੈ। ਅੱਜ ਉਹਨਾਂ ਦੀ ਗੱਲ ਚੱਲ ਰਹੀ ਹੈ ਜੋ ਟੁੱਟ ਜਾਂਦੇ ਨੇ।
ਟੁੱਟਿਆਂ ਹੋਇਆਂ ਦੀ ਉਸ ਪਰਮਾਤਮਾ ਨਾਲੋਂ ਟੁੱਟੇ ਹੋਏ ਜੀਵਾਂ ਦੀ ਕੀ ਹਾਲਤ ਹੁੰਦੀ ਹੈ। ਕਹਿਣ ਲੱਗੇ ਕੂੜ ਕਪਟ ਕਮਾਵੇ ਉਹ ਜੀਵ ਇਸਤਰੀ। ਚੇਤੇ ਰੱਖਣਾ ਇਹ ਕਿਉਂਕਿ ਇਹ ਲਾਵਾਂ ਦੀ ਬਾਣੀ ਹੈ, ਇਸ ਕਰਕੇ ਇਸ ਦੀ ਜਿਹੜੀ ਵਿਆਖਿਆ ਜੀਵ ਇਸਤਰੀ ਕਰਕੇ ਕੀਤੀ ਜਾਣੀ ਹੈ। ਇਹ ਮਾਇਆ ਦੀ ਖਾਤਰ ਸਦਾ ਝੂਠ ਠੱਗੀ ਆਦਿਕ ਦੀ ਕਾਰ ਕਰਦੀ ਹੈ, ਬੜਾ ਦੁੱਖ ਸਹਾਰਦੀ ਰਹਿੰਦੀ ਹੈ ਜੀਵ ਆਤਮਾ। ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਉਸ ਨੂੰ ਜ਼ਿੰਦਗੀ ਦਾ ਸਹੀ ਰਸਤਾ ਨਹੀਂ ਲੱਭਦਾ। ਕੂੜ ਕਪਟ ਕਮਾਵੇ ਮਹਾ ਦੁੱਖ ਪਾਵੇ। ਸਾਰੇ ਕਹਿੰਦੇ ਦੁੱਖਾਂ ਦਾ ਕਈ ਵਾਰੀ ਕਹਿੰਦੇ ਨੇ ਜੀ ਦੁੱਖ ਸਾਰੇ ਆ ਹੀ ਮੈਨੂੰ ਗਏ। ਵਿਣ ਸਤਿਗੁਰ ਮੱਗ ਨਾ ਪਾਇਆ। ਮੱਗ ਕਹਿੰਦੇ ਨੇ ਰਸਤੇ ਨੂੰ। ਸੱਚੇ ਗੁਰੂ ਤੋਂ ਬਿਨਾ ਰਾਹ ਨਹੀਂ ਕੋਈ ਦਿਖਾ ਸਕਦਾ। ਅਗਲਾ ਬਚਨ ਹੈ ਉਜੜ ਪੰਥ ਭਰਮੇਗਾ ਵਾਰੀ। ਉਜੜ ਕਹਿੰਦੇ ਨੇ ਉਜੜਿਆ ਹੋਇਆ। ਪੰਥ ਦਾ ਮਤਲਬ ਹੈ ਰਸਤਾ। ਦੇਖੋ ਪਹਿਲੀ ਪੰਕਤੀ ਵਿੱਚ ਰਸਤੇ ਨੂੰ ਮੱਗ ਕਹਿ ਕੇ ਸੰਬੋਧਿਤ ਕੀਤਾ, ਦੂਜੀ ਪੰਕਤੀ ਵਿੱਚ ਪੰਥ ਕਹਿ ਕੇ। ਇਹ ਪਾਠ ਬੋਧ ਹੈ, ਮੈਂ ਇਸੇ ਕਰਕੇ ਥੋੜਾ ਇੱਕ ਤਾਂ ਉਚਾਰਨ ਤੇ ਆਪਾਂ ਖਾਸ ਧਿਆਨ ਦੇ ਰਹੇ ਹਾਂ। ਇੱਕ ਕਿੱਥੇ ਵਿਸ਼ਰਾਮ ਲੱਗਣਾ ਹੈ ਉਹਦਾ ਖਾਸ ਕੋਸ਼ਿਸ਼ ਕਰ ਰਹੇ ਹਾਂ ਵੀ ਧਿਆਨ ਰੱਖੀਏ। ਤੇ ਨਾਲ ਅੱਖਰੀ ਅਰਥ ਤੇ ਭਾਵ ਅਰਥ ਤਾਂ ਦੇਖੋ ਜੀ, ਭਾਵ ਅਰਥ ਹਰ ਇਨਸਾਨ ਆਪਣੀ ਬੁੱਧੀ ਅਨੁਸਾਰ ਕਰਦਾ। ਕੋਈ ਗੱਲ ਨੂੰ ਕਿੰਨਾ ਡੂੰਘਾ ਸੋਚ ਕੇ ਲੈ ਜਾਂਦਾ, ਕੋਈ ਉੱਪਰ ਹੀ ਰਹਿ ਜਾਂਦਾ। ਭਾਵ ਅਰਥ ਆਪਣੇ ਹਿਸਾਬ ਨਾਲ ਹਰ ਬੰਦਾ ਕਰਦਾ। ਜਿਹੜੇ ਸਾਡੇ ਵੱਸ 'ਚ ਨੇ ਆਪਾਂ ਉਹ ਕੋਸ਼ਿਸ਼ ਕਰਦੇ ਹਾਂ ਕਿ ਸ਼ੁੱਧ ਹੋਣ। ਉਜੜ ਪੰਥ ਭਰਮੇਗਾ ਵਾਰੀ। ਉਜੜੇ ਹੋਏ ਰਾਹ ਤੇ ਪੰਥ ਦਾ ਮਤਲਬ ਹੈ ਰਸਤਾ। ਭਰਮਣ ਦਾ ਮਤਲਬ ਹੈ ਭਟਕਦੇ ਫਿਰਨਾ। ਗਾਵਾਰੀ ਦਾ ਮਤਲਬ ਹੈ ਮੂਰਖ ਜੀਵ ਇਸਤਰੀ। ਇੱਥੇ ਕਿਉਂਕਿ ਜੀਵ ਇਸਤਰੀ ਦੀ ਗੱਲ ਚੱਲ ਰਹੀ ਹੈ। ਉਜੜ ਪੰਥ ਭਰਮੇਗਾ ਵਾਰੀ। ਖਿਨ ਖਿਨ ਧੱਕੇ ਖਾਇਆ। ਹਰ ਪਲ ਗੁਰੂ ਨਾਲੋਂ ਟੁੱਟ ਕੇ, ਜਿਵੇਂ ਦੁਨਿਆਵੀ ਤੌਰ ਤੇ ਜੋ ਇਸਤਰੀ ਆਪਣੇ ਪਤੀ ਦੇ ਨਾਲੋਂ ਟੁੱਟ ਜਾਂਦੀ ਹੈ, ਉਹ ਸਮਾਜ ਦੇ ਅੰਦਰ ਇੱਕ ਸਮਝ ਲਓ ਕਿ ਉਜੜੇ ਰਾਹ ਤੇ ਤੁਰਨ ਵਾਲਾ ਉਸ ਦਾ ਜੀਵਨ ਬਣ ਜਾਂਦਾ। ਇਸ ਤੋਂ ਅੱਗੇ ਕਹਿੰਦੇ ਨੇ ਖਿਨ ਖਿਨ ਧੱਕੇ ਖਾਇਆ। ਉਸ ਨੂੰ ਹਰ ਪਲ ਸਮਾਜ ਤੋਂ ਦੁਨੀਆ ਤੋਂ ਠੋਕਰਾਂ ਖਾਣੀਆਂ ਪੈਂਦੀਆਂ ਨੇ। ਇਸੇ ਤਰ੍ਹਾਂ ਜੇ ਪਰਮਾਤਮਾ ਨਾਲੋਂ ਟੁੱਟ ਕੇ ਜਿਹੜੀ ਜੀਵ ਆਤਮਾ ਚੱਲਦੀ ਹੈ, ਉਹਨੂੰ ਵੀ ਉਸ ਇਸਤਰੀ ਦੀ ਤਰ੍ਹਾਂ ਧੱਕੇ ਅਤੇ ਠੋਕਰਾਂ ਖਾਣੀਆਂ ਪੈਂਦੀਆਂ ਨੇ। ਉਜੜ ਪੰਥ ਭਰਮੇਗਾ ਵਾਰੀ। ਖਿਨ ਖਿਨ ਧੱਕੇ ਖਾਇਆ। ਅਗਲਾ ਬਚਨ ਹੈ ਅਖੀਰਲੇ ਬਚਨ, ਜਿਨ੍ਹਾਂ ਤੋਂ ਬਾਅਦ ਆਪਾਂ ਸਮਾਪਤੀ ਕਰਾਂਗੇ। ਆਪੇ ਦਇਆ ਕਰੇ ਪ੍ਰਭ ਦਾਤਾ, ਸਤਿਗੁਰ ਪੁਰਖ ਮਿਲਾਏ। ਜਨਮ ਜਨਮ ਕੇ ਵਿਛੜੇ ਜਨ ਮੇਲੇ, ਨਾਨਕ ਸਹਿਜ ਸੁਭਾਏ। ਸਤਿਗੁਰ ਜੀ ਫਰਮਾਨ ਕਰਦੇ ਹਨ, ਆਪੇ ਦਇਆ ਕਰੇ ਪ੍ਰਭ ਦਾਤਾ। ਕਹਿੰਦੇ ਹੇ ਵਾਹਿਗੁਰੂ, ਹੁਣ ਅਖੀਰ ਤੇ ਅਰਦਾਸ ਹੀ ਹੋ ਸਕਦੀ ਹੈ, ਹੋਰ ਕੋਈ ਚਾਰਾ ਨਹੀਂ। ਮਿਹਨਤ ਹੀ ਹੋ ਸਕਦੀ ਹੈ ਨਾ। ਅਖੀਰਲਾ ਕੰਮ ਮਿਹਨਤ ਵਾਲਾ ਹੀ ਹੁੰਦਾ। ਕਹਿਣ ਲੱਗੇ ਆਪੇ ਦਇਆ ਕਰੇ ਸੁਖ ਦਾਤਾ ਪ੍ਰਭ ਦਾਤਾ। ਹੇ ਵਾਹਿਗੁਰੂ, ਜਿਨ੍ਹਾਂ ਮਨੁੱਖਾਂ ਦੇ ਉੱਤੇ ਦਾਤਾਰ ਪ੍ਰਭੂ ਆਪ ਆਪਣੀ ਦਇਆ ਕਰ ਦੇਵੇਂ। ਸਤਿਗੁਰ ਪੁਰਖ ਮਿਲਾਇਆ, ਉਹਨਾਂ ਨੂੰ ਸਮਰੱਥ ਗੁਰੂ ਮਿਲਾ ਦੇਣਾ ਹੈ। ਸੱਚਾ ਗੁਰੂ ਉਹਨਾਂ ਨੂੰ ਮਿਲਾ ਦੇਣਾ ਹੈ। ਜਿਨ੍ਹਾਂ ਤੇ ਵਾਹਿਗੁਰੂ ਤੂੰ ਕਿਰਪਾ ਕਰ ਦੇਵੇਂ, ਉਹਨਾਂ ਨੂੰ ਸੱਚੇ ਗੁਰੂ ਦੇ ਲੜ ਲਾ ਦੇਣਾ ਹੈ। ਚੇਤੇ ਰੱਖਣਾ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ। ਸਾਡਾ ਸੱਚਾ ਗੁਰੂ ਗ੍ਰੰਥ ਸਾਹਿਬ ਜੀ ਹੈ। ਆਪਾਂ ਲੜ ਲੱਗਿਆ ਸਮਝਦੇ ਆ, ਮੱਥਾ ਟੇਕ ਕੇ ਮੁੜ ਗਏ ਤੇ ਲੜ ਲੱਗ ਗਏ, ਬਸ ਆਪਾਂ ਇੰਨਾ ਕੁ ਸਮਝਦੇ ਆ। ਜਾਂ ਕਿਤੇ ਸਾਲ ਛਮਾਈ ਪਾਠ ਕਰਾ ਲਿਆ, ਜਾਂ ਕੋਈ ਮਾਇਆ ਭੇਟ ਅਰਪਣ ਕਰ ਦਿੱਤੀ। ਚੇਤੇ ਰੱਖਣਾ, ਸਾਨੂੰ ਗੁਰੂ ਉਦੋਂ ਮਿਲੇਗਾ ਜਦੋਂ ਬਾਣੀ ਪੜ੍ਹਨੀ ਅਸੀਂ ਤੇ ਬਾਣੀ ਨੂੰ ਸਮਝਣਾ ਆਰੰਭ ਕਰ ਦੇਵਾਂਗੇ। ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਰੋਜ਼ਾਨਾ ਸਵੇਰੇ ਹੁਣ ਤਕਰੀਬਨ 1 ਘੰਟੇ ਤੋਂ ਵੱਧ 1.25 ਘੰਟਾ ਉਹਨਾਂ ਦੀ ਕਥਾ ਚੱਲ ਰਹੀ ਹੈ। 16 ਦਿਨ ਉਹ ਕਰਦੇ ਨੇ, ਕਈ ਦਿਨ ਹੋ ਗਏ ਲਗਾਤਾਰ ਕਰ ਰਹੇ ਨੇ।
ਬੜੀ ਸੋਹਣੀ ਉਹਨਾਂ ਦੀ ਜੋ ਸਿੱਖਿਆ ਹੁੰਦੀ ਹੈ, ਬੜਾ ਸੋਹਣਾ ਉਹਨਾਂ ਦੇ ਵਿਚਾਰ। ਉਹ ਇੱਕ ਦਿਨ ਜ਼ਿਕਰ ਕਰ ਰਹੇ ਸੀ, ਕਹਿਣ ਲੱਗੇ ਜੇ ਕਿਸੇ ਨੇ ਗੁਰੂ ਨਾਨਕ ਨਾਲ ਗੱਲਾਂ ਕਰਨੀਆਂ ਨੇ ਨਾ, ਜੇ ਕੋਈ ਕਹਿੰਦਾ ਕਿ ਮੈਂ ਗੁਰੂ ਨਾਲ ਗੱਲਾਂ ਕਰਨੀਆਂ, ਕਹਿੰਦੇ ਮੈਂ ਸੌਖਾ ਤਰੀਕਾ ਦੱਸਦਾ, ਇੱਕ ਸਹਿਜ ਪਾਠ ਰੱਖ ਲਓ। ਰੋਜ਼ 5 ਮਿੰਟ 10 ਮਿੰਟ 15 ਮਿੰਟ ਸਹਿਜ ਪਾਠ ਕਰੋ, ਤੁਹਾਨੂੰ ਇਉਂ ਲੱਗੇਗਾ ਤੁਸੀਂ ਗੁਰੂ ਨਾਲ ਗੱਲਾਂ ਕਰਕੇ ਆਏ ਹੋ। ਪਰ ਪੜ੍ਹਿਓ ਬਾਣੀ ਨੂੰ ਥੋੜਾ ਜਿਹਾ ਠਹਿਰਾਵ ਨਾਲ ਤੇ ਸਮਝ ਕੇ। ਜਿੰਨਾ ਚਿਰ ਦੇਖੋ ਜੀ ਪੜ੍ਹੀਏ ਨਾ ਹੀ ਭੇਦ ਬੁੱਝੀਏ ਭਾਵਨਾ, ਥੋੜਾ ਜਿਹਾ ਸਮਝ ਕੇ ਕਿ ਬਾਣੀ ਕਹਿ ਕੀ ਰਹੀ ਹੈ ਆਖਰ ਨੂੰ। ਚਲੋ ਮੰਤਰ ਦੀ ਤਰ੍ਹਾਂ ਰਟਨ ਤਾਂ ਕਰੀ ਜਾ ਰਹੇ ਨੇ, ਦੁਨੀਆ ਅੱਜ ਤੱਕ ਕਰਦੇ ਰਹੇ ਆ, ਪਰ ਕੋਸ਼ਿਸ਼ ਕਰੀਏ ਵੀ ਹੁਣ ਉਸ ਤੋਂ ਅਗਲੀ ਅਵਸਥਾ, ਕਿਉਂਕਿ 2-3 ਅਵਸਥਾਵਾਂ ਨੇ ਨਾ, ਪਹਿਲਾ ਸੁਣਨਾ, ਦੂਜਾ ਪੜ੍ਹਨਾ, ਤੀਜਾ ਉਸ ਨੂੰ ਕਮਾਉਣਾ ਸਮਝਣਾ ਤੇ ਉਸ ਦੇ ਉੱਪਰ ਚੱਲਣਾ। ਆਪਾਂ 2 ਸਟੇਜਾਂ ਤੇ 2 ਪੌੜੀਆਂ ਤੇ ਚੜ੍ਹ ਗਏ, ਤੀਜੀ ਤੇ ਵੀ ਚੜ੍ਹੀਏ। ਹੁਣ ਆਪਾਂ ਬਾਣੀ ਨੂੰ ਸੁਣ ਵੀ ਲੈਨੇ ਆ, ਬਾਣੀ ਨੂੰ ਪੜ੍ਹ ਵੀ ਲੈਨੇ ਆ, ਹੁਣ ਬਾਣੀ ਨੂੰ ਸਮਝਣ ਵਾਲੀ ਸਟੇਜ ਤੇ ਵੀ ਚੜ੍ਹੀਏ, ਕਿਉਂਕਿ ਪੌੜੀ ਦਰ ਪੌੜੀ ਚੜ੍ਹ ਕੇ ਤੇ ਉੱਤੇ ਜਾਵਾਂਗੇ ਨਾ। ਫਰਮਾਨ ਕਰਦੇ ਨੇ ਆਪੇ ਦਇਆ ਕਰੇ ਪ੍ਰਭ ਦਾਤਾ, ਸਤਿਗੁਰ ਪੁਰਖ ਮਿਲਾਇਆ। ਗੁਰੂ ਨੇ ਕਿਰਪਾ ਕਰ ਦਿੱਤੀ, ਸੱਚੇ ਗੁਰੂ ਦੇ ਲੜ ਲਾ ਦਿੱਤਾ। ਅਗਲਾ ਬਚਨ ਹੈ ਜਨਮ ਜਨਮ ਕੇ ਵਿਛੜੇ ਜਨ ਮੇਲੇ। ਉਹਨਾਂ ਨੇ ਫਿਰ ਕੀ ਕੀਤਾ, ਅਨੇਕਾਂ ਜਨਮਾਂ ਦੇ ਵਿਛੜਿਆਂ ਹੋਇਆਂ ਨੂੰ ਨਾਨਕ ਸਹਿਜ ਸੁਭਾਏ, ਆਤਮਿਕ ਅਡੋਲਤਾ ਵਿੱਚ, ਸਹਿਜ ਸੁਭਾਅ ਵਿੱਚ, ਪ੍ਰੇਮ ਦੇ ਵਿੱਚ ਟਿਕਾ ਕੇ ਪ੍ਰਭੂ ਦੇ ਨਾਲ ਮਿਲਾ ਦਿੱਤਾ। ਸੱਚੇ ਗੁਰੂ ਦੇ ਲੜ ਅਕਾਲ ਪੁਰਖ ਨੇ ਲਾਇਆ। ਸੱਚਾ ਗੁਰੂ ਸਾਡਾ ਵਿਚੋਲਾ ਬਣਿਆ। ਚੇਤੇ ਰੱਖਣਾ, ਦੁਨਿਆਵੀ ਤੌਰ ਤੇ ਬੱਚੇ ਬੱਚੀ ਦਾ ਵਿਚੋਲਾ ਹੁੰਦਾ ਹੈ ਨਾ, ਇਸੇ ਤਰ੍ਹਾਂ ਇੱਕ ਜੀਵ ਆਤਮਾ, ਜੀਵ ਇਸਤਰੀ ਦਾ ਤੇ ਪਰਮਾਤਮਾ ਪਤੀ ਦਾ ਵਿੱਚ ਵਿਚੋਲੇ ਦਾ ਕੰਮ ਕਰਦਾ ਸੱਚਾ ਗੁਰੂ, ਜੋ ਗਵਾਹੀ ਦਿੰਦਾ ਹੈ। ਸੋ ਸਤਿਗੁਰ ਪੁਰਖ ਮਿਲਾਇਆ, ਉਸਨੇ ਫਿਰ ਕਿਰਪਾ ਕੀਤੀ। ਅਕਾਲ ਪੁਰਖ ਜਨਮ ਜਨਮ ਕੇ ਵਿਛੜੇ ਜਨ ਮੇਲੇ, ਨਾਨਕ ਸਹਿਜ ਸੁਭਾਏ। ਫਿਰ ਉਹਨਾਂ ਨੇ ਸਹਿਜ ਸੁਭਾਅ ਆਪੇ ਦਇਆ ਕਰੇ ਪ੍ਰਭ ਦਾਤਾ, ਸਤਿਗੁਰ ਪੁਰਖ ਮਿਲਾਇਆ। ਉਹ ਸੱਚੇ ਗੁਰੂ ਦੇ ਨਾਲ, ਅਕਾਲ ਪੁਰਖ ਦੇ ਨਾਲ ਮੇਲ ਕਰਵਾ ਦਿੱਤਾ।